सत श्री अकाल दोस्तों, वेलकम टू डोर स्टैप एजुकेशन पॉइंट। उम्मीद करदा तुसीं सारे बहुत ही वधिया होने आ। अज दी क्लास विच ब्लूम टैक्सोनॉमी नूं डिस्कस करन जा रहे हां। कंप्लीट अंडरस्टैंडिंग लई वीडियो नूं लास्ट तक वेखियो। सो शुरू करते हैं अज दी अपनी वीडियो नूं। आपां गल कर रहे हां ब्लूम टैक्सोनॉमी दी। ब्लूम दा कंप्लीट नाम हैगा सी बेंजामिन ब्लूम। इन्हां दा जन्म होया सी 1913 विच। अमरीकी मनोविग्यानी हैगे सी इह एंड इन्हां दी जिहड़ी मेन कंट्रीब्यूशन हैगी सी ओह हैगी सीगी टैक्सोनॉमी ऑफ एजुकेशनल ऑब्जेक्टिव्स। सब तो पहला तुहाडे मन विच इह सवाल आऊगा कि टैक्सोनॉमी है की। टैक्सोनॉमी आपां वर्गीकरण नूं कहने आ। कोई परसन किवें सोच रहा, किवें लर्न कर रहा, किसी चीज नूं किवें याद कर रहा, ओनू ही आपां की कहने आ, ओनू ही आपां टैक्सोनॉमी कहने आ। बट टैक्सोनॉमी दे विच तुहानूं होर भी डिटेल विच जाना पैंदा कि कोई परसन किवें सोच रहा, किवें लर्न कर रहा। जदों आपां उन्हां दी थिंकिंग प्रोसैस नूं ऑर्गेनाइज करके रख दिन्ने आ, कैटेगराइज करके रख दिन्ने आ कि ओदा लर्निंग दा, थिंकिंग दा लैवल की हैगा सी, फिर आपां ओनू नाम दिन्ने आ टैक्सोनॉमी दा। तुसीं डेफिनेशन भी वेख सकदे हो कि ब्लूम दी जिहड़ी टैक्सोनॉमी की है, एक इहो जिहा फ्रेमवर्क है। किहड़ी चीज़ दा रिगार्डिंग फ्रेमवर्क हैगा जी, जिहदे विच आपां ऑर्गेनाइज करांगे एंड कैटेगराइज करांगे। की कैटेगराइज करांगे एंड की ऑर्गेनाइज करांगे आपां डिफरेंट लैवल्स नूं थिंकिंग एंड लर्निंग दे। कि ब्लूम दा जिहड़ा वर्गीकरण है ਇਹ ਸੋਚ ਅਤੇ ਸਿੱਖਣ ਦੇ ਵੱਖ-ਵੱਖ ਪੱਧਰਾਂ ਨੂੰ ਸੰਗਠਿਤ ਅਤੇ ਸ਼੍ਰੇਣੀਬੱਧ ਕਰਨ ਲਈ ਇੱਕ ਢਾਂਚਾ ਹੈਗਾ ਜੀ। ਐਂਡ ਇਹਨੂੰ ਟਾਈਮ ਟੂ ਟਾਈਮ ਰਿਵਾਈਜ਼ ਵੀ ਕੀਤਾ ਗਿਆ। ਟੇਬਲ ਦੀ ਹੈਲਪ ਨਾਲ ਵੀ ਆਪਾਂ ਇਸ ਨੂੰ ਸਮਝ ਲੈਂਦੇ ਆ ਕਿ ਤੁਸੀਂ ਵੇਖ ਸਕਦੇ ਹੋ ਕਿ ओरिजिनली ਇਹ 1956 ਵਿੱਚ ਫਾਰਮ ਕੀਤੀ ਗਈ ਸੀਗੀ ਐਂਡ ਉਸ ਤੋਂ ਬਾਅਦ 2001 ਵਿੱਚ ਇਹਨੂੰ ਰਿਵਾਈਜ਼ ਕੀਤਾ ਗਿਆ ਸੀਗਾ। ਜਿਵੇਂ ਕਿ ਵੇਖ ਸਕਦੇ ਹੋ ओरिजिनल ਦੇ ਵਿੱਚ ਤੁਹਾਨੂੰ ਨੌਲੇਜ, ਕੰਪਰੀਹੈਂਸ਼ਨ, ਐਪਲੀਕੇਸ਼ਨ, ਐਨਾਲਾਈਸਿਸ, ਸਿੰਥੈਸਿਸ ਐਂਡ ਇਵੈਲੂਏਸ਼ਨ ਨਾਮ ਦੀਆਂ ਕੁਝ ਟਰਮਸ ਵੇਖਣ ਨੂੰ ਮਿਲਦੀਆਂ ਨੇ ਤੇ ਇਹੀ ਤੁਹਾਨੂੰ ਰਿਵਾਈਜ਼ਡ ਵਿੱਚ ਰਿਮੈਂਬਰ, ਅੰਡਰਸਟੈਂਡ, ਅਪਲਾਈ, ਐਨਾਲਾਈਜ਼, ਕ੍ਰੀਏਟ ਐਂਡ ਇਵੈਲੂਏਟ ਨਾਮ ਦੀਆਂ ਕੁਝ ਟਰਮਸ ਵੇਖਣ ਨੂੰ ਮਿਲਦੀਆਂ ਨੇ। ਐਂਡ ਕੀ ਲੋੜ ਪਈ ਕਿ ਇਹਨੂੰ ਰਿਵਾਈਜ਼ ਕੀਤਾ ਗਿਆ ਇਹਨਾਂ ਟਰਮਸ ਨੂੰ, ਜਿਹੜੀਆਂ ਕਿ ओरिजिनल 1956 ਵਿੱਚ ਲਿਖੀਆਂ ਹੋਈਆਂ। ਇਹਨੂੰ ਰਿਵਾਈਜ਼ ਕਰਕੇ 2001 ਵਿੱਚ ਕਈ ਕਹਿ ਸਕਦੇ ਹਾਂ ਕਿ ਰਿਵਾਈਜ਼ ਕਿਉਂ ਕੀਤਾ ਗਿਆ, ਕਿਉਂ ਸ਼ੋਧਿਆ ਗਿਆ ਇਹਨਾਂ ਨੂੰ। ਸੋ ਜਿਹੜੀ ਤਾਂ ਰਿਵਾਈਜ਼ਡ ਬਲੂਮ ਟੈਕਸੋਨੋਮੀ ਹੈਗੀ ਸੀ, ਇਹਦੀ ਜ਼ਰੂਰਤ ਪਈ ਕਿਉਂਕਿ ਜਿਹੜੀ ओरिजिनल ਸੀਗੀ 1956 ਵਾਲੀ, ਉਹਨੇ ਸਿੱਖਣ ਦੀ ਗੁੰਝਲਤਾ ਅਤੇ ਬਹੁ ਆਯਾਮੀ ਪ੍ਰਕਿਰਤੀ ਨੂੰ ਪੂਰੀ ਤਰ੍ਹਾਂ ਹਾਸਿਲ ਨਹੀਂ ਕੀਤਾ ਸੀਗਾ, ਜਿਹਦੇ ਕਰਕੇ ਰਿਵਾਈਜ਼ ਜਿਹੜੀ ਟੈਕਸੋਨੋਮੀ ਹੈਗੀ ਸੀ ਉਹ ਫਾਰਮ ਕਰਨੀ ਪਈ। ਗੱਲ ਕਰਦੇ ਹਾਂ ਡਿਟੇਲਿੰਗ ਦੀ ਤੇ ਆਪਾਂ ਵੇਖ ਸਕਦੇ ਹਾਂ ਕਿ ਪਹਿਲਾਂ ਜਿਹੜੀ ਤੁਹਾਨੂੰ ओरिजिनल ਵਿੱਚ 1956 ਵਿੱਚ ਵੇਖਣ ਨੂੰ ਮਿਲਦੀ ਸੀਗੀ ਨੌਲੇਜ ਜਾਂ ਫਿਰ ਗਿਆਨ, ਰਿਵਾਈਜ਼ ਵਿੱਚ ਤੁਹਾਨੂੰ ਉਹੀ ਸੇਮ ਰਿਮੈਂਬਰ ਨਾਮ ਨਾਲ ਤੁਹਾਨੂੰ ਵੇਖਣ ਨੂੰ ਮਿਲਦੀ ਹੈ, ਜਿਹਦੇ ਵਿੱਚ ਡੈਫੀਨੇਸ਼ਨ ਹੈਗੀ ਆ ਦ ਰਿਕਾਲ ਆਫ ਪ੍ਰੀਵੀਅਸਲੀ ਲਰਨਡ ਇਨਫੋਰਮੇਸ਼ਨ। ਕਿ ਜੋ ਕੁਝ ਤੁਹਾਡੇ ਦਿਮਾਗ ਵਿੱਚ, ਬ੍ਰੇਨ ਵਿੱਚ ਯਾਦ ਹੁੰਦਾ ਹੈ, ਤੁਸੀਂ ਉਹਨੂੰ ਰੀਕਾਲ ਕਰਦੇ ਹੋ, ਉਹਨੂੰ ਆਪਾਂ ਨਾਮ ਦਿੰਨੇ ਆ। ਕਿਹਦਾ ਜੀ? ਰਿਮੈਂਬਰ ਦਾ ਨਾਮ ਦਿੰਨੇ ਆ। ਜਿਵੇਂ ਤੁਸੀਂ ਯਾਦ ਕਰ ਸਕਦੇ ਹੋ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਹੈਗੇ ਸੀ, ਜਾਂ ਫਿਰ ਕਹਿ ਸਕਦੇ ਆ ਕਿ ਰਿਮੈਂਬਰਿੰਗ ਦਾ ਨੇਮ ਆਫ ਟਾਲੈਸਟ ਸਟੈਚੂ ਆਫ ਇੰਡੀਆ। ਕਿ ਆਪਣੇ ਭਾਰਤ ਦਾ ਸਭ ਤੋਂ ਵੱਡੀ ਜਿਹੜੀ ਮੂਰਤੀ ਹੈਗੀ ਹੈ ਉਹ ਹੈਗੀ ਹੈ ਜੀ ਸਟੈਚੂ ਆਫ ਯੂਨਿਟੀ, ਜਿਹੜੀ ਕਿ ਤੁਹਾਨੂੰ ਗੁਜਰਾਤ ਵਿੱਚ ਵੇਖਣ ਨੂੰ ਮਿਲਦੀ ਹੈ। ਸੋ ਆਪਾਂ ਇਸ ਇਨਫੋਰਮੇਸ਼ਨ ਨੂੰ ਰਿਮੈਂਬਰ ਕਰ ਰਹੇ ਹਾਂ, ਯਾਦ ਕਰ ਰਹੇ ਹਾਂ। ਸੋ ਇਹਨੂੰ ਆਪਾਂ ਰਿਮੈਂਬਰ ਦੀ ਕੈਟੇਗਰੀ ਵਿੱਚ ਰੱਖਦੇ ਹਾਂ। ਪਹਿਲਾਂ ਇਹ ਹੁੰਦੀ ਸੀਗੀ ਨੌਲੇਜ, ਉਸ ਤੋਂ ਬਾਅਦ ਰਿਮੈਂਬਰ ਦੇ ਵਿੱਚ ਰੱਖਿਆ ਗਿਆ ਸੀ। ਐਂਡ ਇਸ ਟੈਕਸੋਨੋਮੀ ਦੇ ਵਿੱਚ ਜਾਂ ਫਿਰ ਇਸ ਵਰਗੀਕਰਨ ਦੇ ਵਿੱਚ ਜਿਵੇਂ ਜਿਵੇਂ ਆਪਾਂ ਪੌੜੀਆਂ ਚੜ੍ਹਦੇ ਹੁੰਦੇ ਆ ਨਾ, ਤੇ ਪੌੜੀਆਂ ਚੜ੍ਹਨ ਦੇ ਨਾਲ ਜਿਹੜੀ ਆਪਣੀ ਥਿੰਕਿੰਗ ਦਾ ਜਿਹੜਾ ਪ੍ਰੋਸੈਸ ਹੈਗਾ, ਜਾਂ ਫਿਰ ਕਹਿ ਸਕਦੇ ਆ ਕਿ ਜਿਹੜੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਹੈਗਾ ਜੀ ਉਹ ਜ਼ਿਆਦਾ ਕਰਨਾ ਪੈਂਦਾ ਆ। ਭਾਵ ਇਹ ਕਿ ਜਿਵੇਂ ਜਿਵੇਂ ਆਪਾਂ ਸਟੈਪ ਵੱਧਦੇ ਜਾਵਾਂਗੇ, ਆਪਾਂ ਨੂੰ ਜਿਹੜੀ ਸੋਚਣ ਦੀ ਲੋੜ ਹੈਗੀ ਆ ਜੀ ਉਹ ਜ਼ਿਆਦਾ ਪਊਗੀ, ਆਪਾਂ ਨੂੰ ਜ਼ਿਆਦਾ ਸੋਚਣਾ ਪਊਗਾ। ਸੋ ਰਿਮੈਂਬਰ ਦੇ ਵਿੱਚ ਆਪਾਂ ਨੂੰ ਜ਼ਿਆਦਾ ਨਹੀਂ ਸੋਚਣਾ ਪੈ ਰਿਹਾ, ਕਿਉਂਕਿ ਇਹ ਜਸਟ ਚੀਜ਼ਾਂ ਆਪਾਂ ਯਾਦ ਕੀਤੀਆਂ ਹੋਈਆਂ ਨੇ। ਜਦੋਂ ਆਪਾਂ ਸੈਕੰਡ ਸਟੈਪ ਤੇ ਜਾਂਦੇ ਆ, ਸੈਕੰਡ ਸਟੈਪ ਦੇ ਵਿੱਚ ਕੀ ਹੈਗਾ ਜੀ? ਕੰਪਰੀਹੈਂਸ਼ਨ, ਅੰਡਰਸਟੈਂਡ। ਪਹਿਲੇ ਵੇਖੋ ਤੁਸੀਂ ओरिजिनल ਵਿੱਚ 1956 ਵਿੱਚ ਇਹ ਸੀਗਾ ਜੀ ਕੰਪਰੀਹੈਂਸ਼ਨ, ਜਿਹਨੂੰ ਤੁਸੀਂ ਸਮਝ ਕਹਿ ਸਕਦੇ ਹੋ। ਅੰਡਰਸਟੈਂਡ ਇਹਨਾਂ ਨੇ ਰਿਵਾਈਜ਼ਡ ਟਰਮ ਜਾਰੀ ਕੀਤੀ ਸੀਗੀ, ਜਿਹਦੇ ਵਿੱਚ ਹੁੰਦਾ ਹੈ ਮਤਲਬ ਇਹਦਾ ਸਮਝਣਾ, ਦ ਅੰਡਰਸਟੈਂਡਿੰਗ ਆਫ ਦ ਮੀਨਿੰਗ ਆਫ ਇਨਫੋਰਮੇਸ਼ਨ। ਕਿ ਜਿਹੜੀ ਇਨਫੋਰਮੇਸ਼ਨ ਤੁਹਾਡੇ ਦਿਮਾਗ ਵਿੱਚ ਹੈਗੀ ਸੀ, ਪਹਿਲਾਂ ਤੁਹਾਡੇ ਦਿਮਾਗ ਵਿੱਚ ਕੀ ਇਨਫੋਰਮੇਸ਼ਨ ਹੈਗੀ ਸੀ ਕਿ ਆਪਣੇ ਭਾਰਤ ਦੀ ਸਭ ਤੋਂ ਜਿਹੜੀ ਟਾਲੈਸਟ ਸਟੈਚੂ ਹੈਗਾ ਆ, ਕਿ ਸਭ ਤੋਂ ਵੱਡੀ ਜਿਹੜੀ ਮੂਰਤੀ ਹੈਗੀ ਆਪਣੇ ਭਾਰਤ ਵਿੱਚ, ਉਹ ਕੀ ਹੈਗੀ ਹੈ ਜੀ? ਸਟੈਚੂ ਆਫ ਯੂਨਿਟੀ। ਬਟ ਕੰਪਰੀਹੈਂਸ਼ਨ ਟਰਮ ਦੇ ਵਿੱਚ ਜਾਂ ਫਿਰ ਜਿਹੜੀ ਅੰਡਰਸਟੈਂਡ ਜਿਹੜੀ ਟਰਮ ਹੈਗੀ ਹੈ, ਜਿਹੜੀ ਕਿ ਰਿਵਾਈਜ਼ 2001 ਵਿੱਚ ਦਿੱਤੀ ਗਈ ਸੀ, ਇਹਦੇ ਵਿੱਚ ਆਪਾਂ ਸਮਝਾਂਗੇ ਕਿ ਉਹ ਜਿਹੜੀ ਸਟੈਚੂ ਆਫ ਯੂਨਿਟੀ ਹੈਗੀ ਹੈ
ਉਹਦਾ ਰੋਲ ਕੀ ਹੈ, ਕਹਿ ਸਕਦੇ ਹਾਂ ਕਿ ਦੇਸ਼ ਨੂੰ ਜੋੜਨ ਦੇ ਵਿੱਚ, ਰਾਸ਼ਟਰੀ ਏਕਤਾ ਦੇ ਵਿੱਚ ਲੋਕਾਂ ਨੂੰ ਜਿਹੜਾ ਜੋੜਨ ਦੀ ਜਿਹੜੀ ਮਹੱਤਤਾ ਹੈਗੀ ਆ ਉਸ ਮੂਰਤੀ ਦੀ ਕੀ ਹੈਗੀ ਹੈ। ਸੋ ਜਦੋਂ ਆਪਾਂ ਇਸ ਚੀਜ਼ ਨੂੰ ਸਮਝਣਾ ਸ਼ੁਰੂ ਕਰਾਂਗੇ, ਸੋ ਤੁਸੀਂ ਇਹਨੂੰ ਕਿਹੜੇ ਟਰਮ ਦਾ ਨਾਮ ਦੋਗੇ? ਇਹਨੂੰ ਤੁਸੀਂ ਅੰਡਰਸਟੈਂਡ ਟਰਮ ਦਾ ਨਾਮ ਦੋਗੇ ਬਲੂਮ ਟੈਕਸੋਨੋਮੀ ਦੇ ਅਕੋਰਡਿੰਗ। ਜਿਵੇਂ ਹੁਣ ਆਪਾਂ ਜਾਣਦੇ ਹਾਂ ਜੀ ਥਰਡ ਲੈਵਲ ਤੇ ਜਿਹੜੀ ਟਰਮ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਜੀ ਉਹ ਹੈ ਜੀ ਐਪਲੀਕੇਸ਼ਨ। ਕੀ ਹੈ ਜੀ? ਐਪਲੀਕੇਸ਼ਨ। ਐਂਡ 2001 ਦੇ ਅਕੋਰਡਿੰਗ ਜਿਹੜੀ ਕਿ ਰਿਵਾਈਜ਼ ਟਰਮ ਹੈਗੀ ਹੈ ਉਹ ਹੈਗੀ ਹੈ ਜੀ ਅਪਲਾਈ, ਭਾਵ ਲਾਗੂ ਕਰੋ। ਕਿ ਜਿਹੜੀ ਇਨਫੋਰਮੇਸ਼ਨ ਆਪਣੇ ਕੋਲ ਹੈਗੀ ਹੈ, ਆਪਣੇ ਕੋਲ ਕਿਹੜੀ ਇਨਫੋਰਮੇਸ਼ਨ ਹੈਗੀ ਹੈ ਜੀ? ਸਟੈਚੂ ਆਫ ਯੂਨਿਟੀ ਦੀ। ਸਟੈਚੂ ਆਫ ਯੂਨਿਟੀ ਦੀ ਜਿਹੜੀ ਆਪਣੇ ਕੋਲ ਇਨਫੋਰਮੇਸ਼ਨ ਹੈ ਉਹਨੂੰ ਤੁਸੀਂ ਪ੍ਰੈਕਟੀਕਲ ਫੀਲਡ ਵਿੱਚ, ਪ੍ਰੈਕਟੀਕਲ ਸਿਚੁਏਸ਼ਨ ਦੇ ਵਿੱਚ ਕਿਵੇਂ ਲਾਗੂ ਕਰ ਸਕਦੇ ਹੋ, ਕਿਵੇਂ ਉਸ ਇਨਫੋਰਮੇਸ਼ਨ ਦੀ ਵਰਤੋਂ ਕਰ ਸਕਦੇ ਹੋ, ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਹਾਂ। ਜਿਵੇਂ ਕਿ ਆਪਾਂ ਨੂੰ ਸਟੈਚੂ ਆਫ ਯੂਨਿਟੀ ਬਾਰੇ ਤਾਂ ਪਤਾ ਲੱਗ ਗਿਆ ਸੀਗਾ, ਐਂਡ ਇਸ ਸਟੈਚੂ ਆਫ ਯੂਨਿਟੀ ਦੁਆਰਾ ਜਿਹੜਾ ਮੈਸੇਜ ਦਿੱਤਾ ਜਾ ਰਿਹਾ, ਜਦੋਂ ਆਪਾਂ ਇਸ ਸੇਮ ਮੈਸੇਜ ਨੂੰ ਲੋਕਾਂ ਤੱਕ ਸ਼ੇਅਰ ਕਰ ਰਹੇ ਹਾਂ, ਮੰਨ ਲਓ ਤੁਸੀਂ ਦੋ ਬੱਚੇ ਲੜਦੇ ਵੇਖੇ, ਦੋ ਬੱਚੇ ਜਿਹੜੇ ਲੜ ਰਹੇ ਸੀ, ਤੁਸੀਂ ਉਹਨਾਂ ਨੂੰ ਸਮਝਾਇਆ ਕਿ ਵੇਖੋ ਉਹ ਸਟੈਚੂ ਆਫ ਜਿਹੜੀ ਯੂਨਿਟੀ ਹੈਗੀ ਆ, ਆਪਾਂ ਨੂੰ ਉਹਨਾਂ ਚੀਜ਼ਾਂ ਤੋਂ ਕਿੰਨਾ ਜ਼ਿਆਦਾ ਸੰਦੇਸ਼ ਵੇਖਣ ਨੂੰ ਮਿਲਦਾ ਆ, ਤੇ ਤੁਸੀਂ ਉਹਨਾਂ ਦੋਨਾਂ ਲੜਦੇ ਬੱਚਿਆਂ ਨੂੰ ਕੀ ਕਰਤਾ ਜੀ? ਸਮਝਾਇਆ ਬੜੇ ਪਿਆਰ ਨਾਲ ਕਿ ਤੁਹਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਸੋ ਤੁਸੀਂ ਜਦੋਂ ਉਸ ਨੌਲੇਜ ਨੂੰ ਯੂਜ਼ ਕਰ ਲਿਆ ਤੇ ਇਹ ਤੁਹਾਡਾ ਥਰਡ ਲੈਵਲ ਹੈਗਾ ਜੀ ਕਿ ਤੁਸੀਂ ਉਸ ਨੌਲੇਜ ਨੂੰ ਅਪਲਾਈ ਕਰ ਰਹੇ ਹੋ ਪ੍ਰੈਕਟੀਕਲ ਸਿਚੁਏਸ਼ਨ ਦੇ ਵਿੱਚ। ਹੋਪ ਸੋ ਤੁਸੀਂ ਥਰਡ ਪੁਆਇੰਟ ਵੀ ਸਮਝ ਗਏ ਹੋਣੇ ਆ। ਹੁਣ ਆਪਾਂ ਚੱਲਦੇ ਹਾਂ ਜੀ ਫੋਰਥ ਲੈਵਲ ਤੇ। ਫੋਰਥ ਜਿਹੜਾ ਲੈਵਲ ਹੈਗਾ ਜੀ ਵਿਸ਼ਲੇਸ਼ਣ ਕਰਨਾ, ਐਨਾਲਾਈਜ਼ ਕਰਨਾ। ਪੁਰਾਣੀ ਟੈਕਸੋਨੋਮੀ ਦੇ ਵਿੱਚ ਕੱਲਾ ਵਿਸ਼ਲੇਸ਼ਣ ਸੀ ਤੇ ਜਿਹੜੀ ਨਵੀਂ ਟੈਕਸੋਨੋਮੀ ਹੈਗੀ ਸੀਗੀ ਉਹਦੇ ਵਿੱਚ ਵਿਸ਼ਲੇਸ਼ਣ ਕਰਨਾ ਹੈ। ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ, ਜਦੋਂ ਤੁਸੀਂ ਉਹਨੂੰ ਪਾਰਟਸ ਦੇ ਵਿੱਚ ਤੋੜਦੇ ਹੋ, ਤੁਹਾਡੇ ਕੋਲ ਕਿਹੜੀ ਇਨਫੋਰਮੇਸ਼ਨ ਹੈਗੀ ਹੈ ਜੀ? ਸਟੈਚੂ ਆਫ ਯੂਨਿਟੀ ਦੀ। ਹੁਣ ਤੁਸੀਂ ਬੈਠ ਕੇ ਐਨਾਲਾਈਜ਼ ਕਰ ਰਹੇ ਹੋ। ਕੀ ਐਨਾਲਾਈਜ਼ ਕਰ ਰਹੇ ਹੋ? ਡਿਜ਼ਾਈਨ। ਕਿ ਜਿਹੜਾ ਸਟੈਚੂ ਆਫ ਯੂਨਿਟੀ ਬਣਿਆ ਹੋਇਆ ਉਹਦਾ ਡਿਜ਼ਾਈਨ ਕਿਹੋ ਜਿਹਾ ਆ, ਕੰਸਟਰਕਸ਼ਨ ਕਿਵੇਂ ਕੀਤੀ ਗਈ ਹੈ, ਕਿਹੜੇ ਇੰਜੀਨੀਅਰ ਇਹਨੂੰ ਬਣਾਉਣ ਵਿੱਚ ਲੱਗੇ ਹੋਏ ਸੀਗੇ। ਸੋ ਤੁਹਾਡੇ ਕੋਲ ਪਹਿਲਾਂ ਸਿਰਫ ਜਾਣਕਾਰੀ ਹੈਗੀ ਸੀ ਸਟੈਚੂ ਆਫ ਯੂਨਿਟੀ ਬਾਰੇ। ਉਸ ਤੋਂ ਬਾਅਦ ਤੁਸੀਂ ਵੇਖ ਲਓ ਉਹਦੀ ਡਿਟੇਲਿੰਗ ਵੇਖ ਰਹੇ ਹੋ, ਉਹਦੀ ਕੰਪਲੀਟ ਜਿਹੜੀ ਜਾਣਕਾਰੀ ਹੈਗੀ ਹੈ ਕਿ ਇਹਨੂੰ ਬਣਾਇਆ ਕਿਵੇਂ ਗਿਆ ਸੀਗਾ। ਜਦੋਂ ਤੁਸੀਂ ਇਸ ਇਨਫੋਰਮੇਸ਼ਨ ਨੂੰ ਤੋੜਨਾ ਸ਼ੁਰੂ ਕੀਤਾ, ਐਨਾਲਾਈਜ਼ ਕੀਤਾ, ਵਿਸ਼ਲੇਸ਼ਣ ਕੀਤਾ, ਇਹਨੂੰ ਹੀ ਆਪਾਂ ਐਨਾਲਾਈਜ਼ ਦਾ ਨਾਮ ਦਿੰਨੇ ਆ। ਸਪੈਲਿੰਗ ਤੁਸੀਂ ਵੇਖ ਲਿਓ ਧਿਆਨ ਨਾਲ। ਇਸ ਤੋਂ ਬਾਅਦ ਜਿਹੜਾ ਪੰਜਵਾਂ ਲੈਵਲ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਉਹ ਹੈਗਾ ਜੀ ਸਿੰਥੇਸਿਸ, ਸੰਸਲੇਸ਼ਣ ਕਹਿ ਦਿੰਦੇ ਆਪਾਂ ਇਹਨੂੰ। ਤੇ ਰਿਵਾਈਜ਼ ਦੇ ਵਿੱਚ ਇਹ ਤੁਹਾਨੂੰ ਕ੍ਰੀਏਟ ਵੇਖਣ ਨੂੰ ਮਿਲਦਾ ਹੈ, ਬਣਾਓ। ਠੀਕ ਹੈ ਜੀ। ਕੰਬਾਈਨਿੰਗ ਇਨਫੋਰਮੇਸ਼ਨ ਇਨ ਅ ਨਿਊ ਔਰ ਓਰੀਜਨਲ ਵੇ। ਕਿ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਹੈ ਉਹਨੂੰ ਤੁਸੀਂ ਜੋੜ ਰਹੇ ਹੋ, ਇੱਕ ਓਰੀਜਨਲ ਵੇ ਦੇ ਵਿੱਚ ਲੈ ਕੇ ਆ ਰਹੇ ਹੋ। ਜਿਵੇਂ ਕਿ ਐਗਜ਼ਾਮਪਲ ਦੇ ਥਰੂ ਸਮਝ ਲੈਂਦੇ ਆ। ਕ੍ਰੀਏਟਿੰਗ ਅ ਵੀਡੀਓ ਦੈਟ showcases the history, significance and beauty of Statue of Unity। ਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਜਿਹੜੇ ਇਹ ਪਰਸਨ ਹੋਇਆ ਕਰਦੇ ਸੀਗੇ ਸਰਦਾਰ ਵੱਲਭ ਭਾਈ ਪਟੇਲ, ਕਿਉਂਕਿ ਮੂਰਤੀ ਤਾਂ ਇਹਨਾਂ ਦੀ ਹੀ ਬਣੀ ਹੋਈ ਹੈ ਨਾ। ਸੋ ਤੁਸੀਂ ਕੀ ਕਰ ਰਹੇ ਹੋ? ਇੱਕ ਵੀਡੀਓ ਬਣਾ ਰਹੇ ਹੋ ਜਿਹਦੇ ਵਿੱਚ ਤੁਸੀਂ ਉਹਨਾਂ ਦੀ ਹਿਸਟਰੀ ਬਾਰੇ ਦੱਸਿਆ, ਉਹਨਾਂ ਦੀ ਮਹੱਤਤਾ ਬਾਰੇ ਦੱਸਿਆ, ਐਂਡ ਇਸ ਸਟੈਚੂ ਆਫ ਯੂਨਿਟੀ ਦੀ ਬਿਊਟੀ ਬਾਰੇ ਦੱਸਿਆ, ਕਿਵੇਂ ਬਣਾਇਆ ਗਿਆ ਸੀ, ਸਾਰੀਆਂ ਗੱਲਾਂ ਜਦੋਂ ਤੁਸੀਂ ਸ਼ੇਅਰ ਕੀਤੀਆਂ। ਸੋ ਇਹ ਤੁਸੀਂ ਕੀ ਕਰ ਰਹੇ ਹੋ? ਇਹ ਤੁਸੀਂ ਸਿੰਥੇਸਿਸ ਜਾਂ ਫਿਰ ਕ੍ਰੀਏਟ ਕਰ ਰਹੇ ਹੋ, ਬਣਾਓ। ਸੋ ਇਹੀ ਜਿਹੜੀ ਰਿਵਾਈਜ਼ ਟਰਮ ਜਿਹੜੀ ਹੈਗੀ ਸੀ ਬਲੂਮ ਟੈਕਸੋਨੋਮੀ ਦੁਆਰਾ, ਬੈਂਜਾਮਿਨ ਬਲੂਮ ਦੁਆਰਾ ਉਹਨਾਂ ਦੀ ਟੈਕਸੋਨੋਮੀ ਵਿੱਚ ਦਿੱਤੀ ਗਈ ਸੀਗੀ। ਐਂਡ ਜੇਕਰ ਆਪਾਂ ਗੱਲ ਕਰੀਏ ਲਾਸਟ ਲੈਵਲ ਦੀ, ਜਿਹੜਾ ਕੀ ਹੈ ਇਵੈਲੂਏਸ਼ਨ, ਮੁਲਾਂਕਣ ਕਰਨਾ। ਤੇ ਜਿਹੜੀ ਰਿਵਾਈਜ਼ਡ ਦੇ ਵਿੱਚ ਜਿਹੜੀ ਟਰਮ ਦਿੱਤੀ ਗਈ ਹੈ ਜੀ ਉਹ ਹੈ ਇਵੈਲੂਏਟ। ਇਵੈਲੂਏਟ ਹੈ ਜੀ ਪੜਤਾਲ। ਹੁਣ ਤੁਸੀਂ ਉਹਨਾਂ ਇਨਫੋਰਮੇਸ਼ਨ ਦੀ ਜਜਮੈਂਟ ਕਰਨੀ ਹੈ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਹੈ। ਹੁਣ ਤੁਸੀਂ ਵੇਖੋ ਕਿ ਜਿਹੜੀ ਉਹ ਮੂਰਤੀ ਬਣਾਈ ਗਈ ਹੈ, ਕੀ ਉਹ ਮੂਰਤੀ ਬਣਾਉਣ ਨਾਲ ਲੋਕਾਂ ਦਾ ਬੈਨੀਫਿਟ ਵੀ ਹੋਇਆ ਹੈ ਕਿ ਨਹੀਂ ਹੋਇਆ ਹੈ। ਤੁਸੀਂ ਵੇਖੋ ਕਿ ਆਲੇ ਦੁਆਲੇ ਵਿੱਚ ਜਿਹੜੇ ਲੋਕ ਰਹਿੰਦੇ ਹੈਗੇ ਆ, ਕੀ ਉਹਨਾਂ ਦੀ ਜਿਹੜਾ ਟੂਰਿਜ਼ਮ ਜਿਹੜਾ ਸੈਕਟਰ ਹੈਗਾ ਜਾਂ ਫਿਰ ਉਹਨਾਂ ਦਾ ਕੋਈ ਇਨਡਾਇਰੈਕਟਲੀ ਬੈਨੀਫਿਟ ਹੋ ਰਿਹਾ ਕਿ ਨਹੀਂ ਹੋ ਰਿਹਾ। ਕੀ ਉੱਥੇ ਦੀ ਜਿਹੜੀ ਲੋਕਲ ਅਰਥ ਵਿਵਸਥਾ ਹੈਗੀ ਹੈ, ਲੋਕਲ ਇਕਨੋਮੀ ਹੈਗੀ ਹੈ, ਉਹਨਾਂ ਦੇ ਆਲੇ ਦੁਆਲੇ ਜਿੰਨੇ ਵੀ ਲੋਕ ਰਹਿੰਦੇ ਨੇ, ਜਾਂ ਫਿਰ ਡਾਇਰੈਕਟਲੀ ਜਾਂ ਫਿਰ ਇਨਡਾਇਰੈਕਟਲੀ ਕੀ ਉਹਨਾਂ ਦਾ ਕੋਈ ਬੈਨੀਫਿਟ ਹੋਇਆ ਹੈ। ਜਦੋਂ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਚਿੰਤਨ ਕਰਦੇ ਹੋ, ਇਹਨੂੰ ਆਪਾਂ ਇਵੈਲੂਏਟ ਦਾ ਨਾਮ ਦੇਵਾਂਗੇ। ਐਂਡ ਮੈਂ ਇੱਕੋ ਐਗਜ਼ਾਮਪਲ ਯੂਜ਼ ਕੀਤੀ ਹੈ ਕਿ ਤੁਹਾਨੂੰ ਚੰਗੇ ਤਰੀਕੇ ਨਾਲ ਇਹ ਟੈਕਸੋਨੋਮੀ ਸਮਝ ਆ ਜਾਵੇ ਐਂਡ ਤੁਹਾਨੂੰ ਰੱਟਾ ਲਗਾਉਣ ਦੀ ਲੋੜ ਨਾ ਪਵੇ। 4 ਤੋਂ ਲੈ ਕੇ 5 ਵਾਰ ਇਸ ਵੀਡੀਓ ਨੂੰ ਵੇਖਿਓ ਤੇ ਤੁਹਾਨੂੰ ਜਿਹੜੀ ਇਹ ਥਿਊਰੀ ਹੈ ਜੀ ਇਹ ਚੰਗੇ ਤਰੀਕੇ ਨਾਲ ਸਮਝ ਲੱਗ ਜਾਏਗੀ, ਕਿਉਂਕਿ ਇਹ ਐਗਜ਼ਾਮਪਲਸ ਬਣਾਉਣ ਲੱਗੇ ਵੀ ਕਾਫੀ ਜ਼ਿਆਦਾ ਸਮਾਂ ਲੱਗ ਗਿਆ ਸੀਗਾ। ਐਂਡ ਮੇਰੀ ਇਸ ਮਿਹਨਤ ਲਈ ਇੱਕ ਵੀਡੀਓ ਤੇ ਲਾਈਕ ਤਾਂ ਬਣਦਾ ਹੀ ਹੈ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰਿਓ।
ਚੈਨਲ ਤੇ ਸਬਸਕ੍ਰਾਈਬ ਬਟਨ ਵੀ ਹੋਏਗਾ ਜੀ, ਉਹਨੂੰ ਵੀ ਪ੍ਰੈਸ ਕਰਿਓ ਐਂਡ ਇਹ ਵੀਡੀਓ ਆਪਦੇ ਦੋਸਤਾਂ ਤੱਕ ਸ਼ੇਅਰ ਕਰਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਹੋਪਸੋ ਬਲੂਮ ਟੈਕਸੋਨੋਮੀ ਤੁਹਾਨੂੰ ਸਮਝ ਲੱਗ ਗਈ ਹੋਗੀ। ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।